ਸਤਿ ਸ਼੍ਰੀ ਅਕਾਲ ਜੀ। ਕਿਤਾਬ ਦਰ ਦਰਵਾਜ਼ੇ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਦੂਜਾ ਲੇਖ ਐਤਵਾਰ ਦਾ ਦਿਹਾੜਾ। ਐਤਵਾਰ ਦਾ ਦਿਹਾੜਾ ਆਉਂਦਾ ਤਾਂ 6 ਦਿਨ ਉਡੀਕਣ ਮਗਰੋਂ ਹੈ, ਪਰ ਇਹ ਲੰਘ ਇੱਕ ਦਿਨ ਵਿੱਚ ਹੀ ਜਾਂਦਾ ਹੈ। ਐਤਵਾਰ ਲਗਾਤਾਰ ਕੰਮ ਕਰਨ ਨਾਲ ਜੀਵਨ ਵਿੱਚ ਉਪਜੇ ਵਿਗਾੜਾਂ ਦੀ ਮੁਰੰਮਤ ਕਰਨ ਅਤੇ ਸਰੀਰ, ਮਨ ਅਤੇ ਬੁੱਧੀ ਨੂੰ ਚਮੜੀ, ਹਫ਼ਤੇ ਦੀ ਥਕਾਵਟ, ਬੋਰੀਅਤ ਅਤੇ ਮੈਲ ਧੋਣ ਵਾਲਾ ਦਿਨ ਹੁੰਦਾ ਹੈ। ਹਰ ਕੋਈ ਅਨੁਭਵ ਕਰਦਾ ਹੈ ਕਿ ਵਾਰ ਤਾਂ ਐਤਵਾਰ ਹੀ ਹੁੰਦਾ ਹੈ, ਬਾਕੀ ਤਾਂ ਸਾਰੇ ਸੋਮ, ਮੰਗਲ, ਬੁੱਧ ਹੀ ਹੁੰਦੇ ਹਨ। ਕੰਮ ਵਾਲੀ ਥਾਂ ਕੋਹਲੂ ਵਰਗੀ ਹੁੰਦੀ ਹੈ, ਜਿੱਥੇ ਅਸੀਂ ਹਰ ਰੋਜ਼ ਬਲਦ ਬਣ ਕੇ ਅੱਕ ਥੱਕ ਜਾਂਦੇ ਹਾਂ। ਕਿਸੇ ਨੂੰ ਹਰ ਰੋਜ਼ ਮਿਲਣ ਪਿੱਛੋਂ ਜੇ ਐਤਵਾਰ ਨੂੰ ਵੀ ਮਿਲੀਏ ਤਾਂ ਐਤਵਾਰ ਨੂੰ ਉਹ ਵੱਖਰਾ ਬੰਦਾ ਇਸ ਲਈ ਵਿਖਾਈ ਦਿੰਦਾ ਹੈ ਕਿਉਂਕਿ ਐਤਵਾਰ ਦਾ ਸੁਭਾਅ ਬਾਕੀ ਦਿਨਾਂ ਨਾਲੋਂ ਵੱਖਰਾ ਹੁੰਦਾ ਹੈ। ਐਤਵਾਰ ਦਾ ਵੱਖਰਾ ਸੁਭਾਅ ਸਾਡੇ ਹਿਰਦੇ ਅਤੇ ਵਿਹਾਰ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰਦਾ ਹੈ। ਇਸ ਦਿਨ ਦੀ ਉਡੀਕ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਇਸ ਦਿਨ ਜਿੱਥੇ ਅਸੀਂ ਰੋਜ਼ ਜਾਂਦੇ ਹਾਂ ਉੱਥੇ ਜਾਣ ਦੀ ਮਜਬੂਰੀ ਨਹੀਂ ਹੁੰਦੀ। ਐਤਵਾਰ ਨੂੰ ਤਾਂ ਜੇਲ੍ਹਾਂ ਵਿਚਲੇ ਕੈਦੀ ਅਤੇ ਹਸਪਤਾਲਾਂ ਵਿੱਚ ਦਾਖਲ ਮਰੀਜ਼ ਵੀ ਉਡੀਕਦੇ ਹਨ। ਮਜਬੂਰੀਆਂ ਅਤੇ ਬੰਧਨਾਂ ਤੋਂ ਮੁਕਤ ਇਸ ਦਿਹਾੜੇ ਹਰ ਕੋਈ ਸੁਤੰਤਰ, ਸੌਖਾ ਅਤੇ ਸੁਖਾਲਾ ਮਹਿਸੂਸ ਕਰਦਾ ਹੈ। ਬੱਚਿਆਂ ਲਈ ਇਹ ਦਿਨ ਖੇਡਣ ਦਾ ਹੁੰਦਾ ਹੈ। ਖੇਡਾਂ ਇਸ ਲਈ ਚੰਗੀਆਂ ਲੱਗਦੀਆਂ ਹਨ ਕਿਉਂਕਿ ਇਹ ਸੁਤੰਤਰਤਾ ਦੀ ਭਾਵਨਾ ਜਗਾਉਂਦੀਆਂ ਹਨ ਅਤੇ ਇਹ ਸੁਤੰਤਰਤਾ ਦੀ ਭਾਵਨਾ ਵਿੱਚੋਂ ਉਪਜਦੀਆਂ ਹਨ। ਇਸੇ ਕਰਕੇ ਖੇਡਾਂ ਵਿੱਚ ਥਕਾਵਟ ਨਹੀਂ ਉਪਜਦੀ। ਖੇਡਾਂ ਰਾਹੀਂ ਉਪਜੇ ਸੰਬੰਧ ਬੜੇ ਹੰਢਣਸਾਰ ਹੁੰਦੇ ਹਨ। ਥਕਾਵਟ ਉਹਨਾਂ ਕਾਰਜਾਂ ਵਿੱਚੋਂ ਉਪਜਦੀ ਹੈ ਜਿਹੜੇ ਸਾਨੂੰ ਮਜਬੂਰੀ ਅਧੀਨ ਨਿਸ਼ਚਿਤ ਸਮੇਂ ਵਿੱਚ ਕਿਸੇ ਦੇ ਆਦੇਸ਼ਾਂ ਅਨੁਸਾਰ ਨਿਸ਼ਚਿਤ ਢੰਗ ਨਾਲ ਕਰਨੇ ਪੈਂਦੇ ਹਨ, ਜਦੋਂ ਕਿ ਆਪਣੀ ਮਰਜ਼ੀ ਨਾਲ ਕੀਤੇ ਕੰਮਾਂ ਵਿੱਚੋਂ ਮਨੋਰੰਜਨ ਉਪਜਦਾ ਹੈ। ਐਤਵਾਰ ਅਸੀਂ ਕੰਮਾਂ ਦੇ ਬੰਧਨ ਤੋਂ ਮੁਕਤ ਹੁੰਦੇ ਹਾਂ ਅਤੇ ਸਾਡਾ ਮਨ ਸ਼ਾਂਤ ਅਤੇ ਸਰੀਰ ਸੁਖੀ ਹੁੰਦਾ ਹੈ। ਸਾਡੇ ਮਨ ਦੀ ਹਾਲਤ ਦੱਸਦੀ ਹੈ ਕਿ ਸਾਡਾ ਐਤਵਾਰ ਕਿਹੋ ਜਿਹਾ ਹੋਵੇਗਾ। ਉਡੀਕਵਾਨਾਂ ਲਈ ਐਤਵਾਰ ਬੜੀ ਦੇਰ ਕਰਕੇ ਆਉਂਦਾ ਹੈ। ਡਰੇ ਹੋਇਆਂ ਲਈ ਇਹ ਜਲਦੀ ਆ ਜਾਂਦਾ ਹੈ। ਦੁਖੀਆਂ ਵਾਸਤੇ ਇਹ ਮੁੱਕਦਾ ਹੀ ਨਹੀਂ, ਸੁਖੀਆਂ ਵਾਸਤੇ ਇਹ ਝੱਟ ਲੰਘ ਜਾਂਦਾ ਹੈ। ਪੁਰਸ਼ਾਂ ਲਈ ਇਹ ਵਿਹਲਾ ਅਤੇ ਇਸਤਰੀਆਂ ਲਈ ਇਹ ਰੁਝੇਵਿਆਂ ਵਾਲਾ ਦਿਨ ਹੁੰਦਾ ਹੈ। ਐਤਵਾਰ ਦਾ ਸਭ ਤੋਂ ਵੱਡਾ ਲੱਛਣ ਇਹ ਹੁੰਦਾ ਹੈ ਕਿ ਇਹ ਦਿਹਾੜਾ ਕਮਾਉਣ, ਖਰਚਣ ਤੋਂ ਮੁਕਤ ਅਤੇ ਖਾਣ ਪੀਣ ਅਤੇ ਆਰਾਮ ਕਰਨ ਵਾਲਾ ਤਿਉਹਾਰ ਹੁੰਦਾ ਹੈ। ਸਮੁੱਚੇ ਰੂਪ ਵਿੱਚ ਇਹ ਘਰ ਅੰਦਰ ਪਰਿਵਾਰ ਨਾਲ ਆਪਣੀ ਮਰਜ਼ੀ ਨਾਲ ਗੁਜ਼ਾਰਨ ਵਾਲਾ ਦਿਨ ਹੁੰਦਾ ਹੈ। ਜਿਵੇਂ ਬਾਗ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉੱਥੇ ਫੁੱਲ ਹੀ ਨਾ ਖਿੜੇ ਹੋਣ, ਉੱਥੇ ਪੰਛੀ ਵੀ ਰਹਿੰਦੇ ਹੋਣ, ਉਵੇਂ ਹੀ ਘਰ ਉਹ ਥਾਂ ਹੁੰਦੀ ਹੈ ਜਿੱਥੇ ਸਿਰਫ ਸੁੱਖ ਸਾਧਨ ਹੀ ਨਾ ਹੋਣ, ਸਗੋਂ ਜਿੱਥੇ ਪਰਿਵਾਰ ਦੇ ਸਾਰੇ ਜੀਅ ਜਿਤਨਾ ਵੀ ਚਿਰ ਜਿਵੇਂ ਚਾਹਣ ਉਵੇਂ ਰਹਿ ਵੀ ਸਕਣ। ਐਤਵਾਰ ਨੂੰ ਘਰ ਦੇ ਸਾਰੇ ਜੀਆਂ ਦੀ ਇੱਕ ਹੀ ਉਮਰ ਹੁੰਦੀ ਹੈ ਅਤੇ ਹਰੇਕ ਦੇ ਬਰਾਬਰ ਅਧਿਕਾਰ ਅਤੇ ਕਰਤੱਵ ਹੁੰਦੇ ਹਨ। ਐਤਵਾਰ ਨੂੰ ਘਰ ਅੰਦਰ ਪੂਰਨ ਪ੍ਰਜਾਤੰਤਰ ਹੁੰਦਾ ਹੈ। ਐਤਵਾਰ ਪਰਿਵਾਰਿਕ ਦਿਵਸ ਹੁੰਦਾ ਹੈ। ਘਰ ਤੋਂ ਬਿਨਾਂ ਆਰਾਮ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਕਿਉਂਕਿ ਘਰ ਇਸਤਰੀ ਨਾਲ ਬਣਦਾ ਹੈ, ਸੋ ਇਸਤਰੀ ਦੇ ਸਹਿਯੋਗ ਤੋਂ ਬਿਨਾਂ ਐਤਵਾਰ ਨਹੀਂ ਬਣਦਾ। ਇਹ ਦਿਨ ਥੱਕੇ ਹੋਏ ਪਰਿਵਾਰਾਂ ਵਿੱਚ ਹਿੰਮਤ ਪਾ ਦਿੰਦਾ ਹੈ। ਇਹ ਦਿਨ ਪਤੀ ਪਤਨੀ ਵੱਲੋਂ ਇੱਕ ਦੂਜੇ ਦੇ ਸਰੀਰਕ ਖਜ਼ਾਨੇ ਫਰੋਲਣ ਦਾ ਅਵਸਰ ਹੁੰਦਾ ਹੈ। ਐਤਵਾਰ ਨੂੰ ਪਤਨੀਆਂ ਉਹ ਵਾਅਦੇ ਵੀ ਪੂਰੇ ਕਰਦੀਆਂ ਹਨ ਜਿਹੜੇ ਉਹਨਾਂ ਨੇ ਕੀਤੇ ਵੀ ਨਹੀਂ ਹੁੰਦੇ। ਇਹ ਕੁਰਬਾਨੀਆਂ ਮੰਗਣ ਦਾ ਨਹੀਂ, ਕੁਰਬਾਨ ਹੋਣ ਦਾ, ਝਗੜੇ ਕਰਨ ਦਾ ਨਹੀਂ, ਸਮਝੌਤੇ ਸਿਰਜਣ ਦਾ, ਵਿਰੋਧ ਪ੍ਰਗਟਾਉਣ ਦਾ ਨਹੀਂ, ਸਹਿਮਤ ਹੋਣ ਦਾ ਦਿਨ ਹੁੰਦਾ ਹੈ। ਇਹ ਦਿਨ ਦੱਸਦਾ ਹੈ ਕਿ ਤੁਹਾਡੇ ਅਗਲੇ ਦਿਨ ਕਿਵੇਂ ਲੰਘਣਗੇ। ਜਿਹੜੇ ਮਨੁੱਖ ਆਪਣੇ ਪਰਿਵਾਰ ਨਾਲ ਸਮਾਂ ਨਹੀਂ ਗੁਜ਼ਾਰਦੇ, ਉਹਨਾਂ ਵਿੱਚ ਇਨਸਾਨਾਂ ਵਾਲੇ ਗੁਣ ਨਹੀਂ ਉਪਜਦੇ ਅਤੇ ਉਹਨਾਂ ਦੇ ਜੀਵਨ ਵਿੱਚ ਸੰਤੁਲਨ ਨਹੀਂ ਹੁੰਦਾ। ਜੇ ਕਿਸੇ ਦਾ ਚਰਿੱਤਰ ਜਾਣਨਾ ਹੋਵੇ ਤਾਂ ਵੇਖੋ ਉਹ ਐਤਵਾਰ ਕਿਵੇਂ ਗੁਜ਼ਾਰਦਾ ਹੈ। ਜਿਨ੍ਹਾਂ ਕੋਲ ਐਤਵਾਰ ਨੂੰ ਆਰਾਮ ਕਰਨ ਲਈ ਸਮਾਂ ਨਹੀਂ ਹੁੰਦਾ, ਉਹਨਾਂ ਨੂੰ ਬਾਕੀ ਦਿਨਾਂ ਦੌਰਾਨ ਬਿਮਾਰ ਹੋਣ ਵਾਸਤੇ ਸਮਾਂ ਕੱਢਣਾ ਪੈਂਦਾ ਹੈ। ਐਤਵਾਰ ਸਾਰਿਆਂ ਦੇ ਰਲ ਕੇ ਹੱਸਣ ਖੇਡਣ ਵਾਲਾ ਦਿਨ ਹੁੰਦਾ ਹੈ। ਰਲ ਕੇ ਹੱਸਣ ਖੇਡਣ ਨਾਲ ਸਾਰਿਆਂ ਦੀ ਲੰਬਾਈ ਚੌੜਾਈ ਦਰੁਸਤ ਹੋ ਜਾਂਦੀ ਹੈ। ਇਸ ਦਿਨ ਬਹਿਸ ਨਹੀਂ, ਗੱਲਬਾਤ ਕੀਤੀ ਜਾਂਦੀ ਹੈ। ਇਸ ਦਿਨ ਚਾਹ ਹੀ ਨਹੀਂ, ਨਾਲ ਪਕੌੜੇ ਵੀ ਮਿਲਦੇ ਹਨ ਜਿਨ੍ਹਾਂ ਨਾਲ ਗੱਲਬਾਤ ਹੋਰ ਸੁਆਦਲੀ ਹੋ ਜਾਂਦੀ ਹੈ। ਜਿਹੜੇ ਪਤੀ ਆਪਣੀਆਂ ਪਤਨੀਆਂ ਨੂੰ ਤੰਗ ਕਰਦੇ ਹਨ, ਉਹ ਐਤਵਾਰ ਦਾ ਸੰਤਾਪ ਤਾਂ ਭੋਗਦੇ ਹੀ ਹਨ, ਉਹ ਪਤਨੀਆਂ ਦੀ ਮਾਨਸਿਕ ਅਤੇ ਭਾਵਕ ਸੁੰਦਰਤਾ ਵੇਖਣ ਮਾਣਨ ਤੋਂ ਵੀ ਵਿਰਵੇ ਰਹਿ ਜਾਂਦੇ ਹਨ।
ਇਸਤਰੀ ਚਾਹੁੰਦੀ ਹੈ ਕਿ ਪਤੀ ਘਰ ਰਹੇ ਤਾਂ ਜੋ ਉਹ ਉਸ ਨੂੰ ਸੁੱਖ ਦੇ ਸਕੇ। ਇਸ ਯਤਨ ਵਿੱਚ ਸਫਲ ਉਹ ਐਤਵਾਰ ਨੂੰ ਹੀ ਹੁੰਦੀ ਹੈ। ਪਤੀ ਐਤਵਾਰ ਨੂੰ ਪਤਨੀ ਕੋਲ ਪਿਆਰ ਦੀ ਟਿਊਸ਼ਨ ਪੜ੍ਹਦਾ ਹੈ। ਐਤਵਾਰ ਵਾਲੇ ਦਿਨ ਆਪਣੇ ਘਰ ਅੰਦਰਲੀ ਸੁਰੱਖਿਆ ਵਿੱਚ ਅਸੀਂ ਪਰਵਾਹ ਨਹੀਂ ਕਰਦੇ ਕਿ ਦੂਜੇ ਸਾਡੇ ਬਾਰੇ ਕੀ ਕਹਿੰਦੇ ਹਨ। ਜਿਸ ਸੁਭਾਗੇ ਨੇ ਵੀ ਐਤਵਾਰ ਦੀ ਛੁੱਟੀ ਬਾਰੇ ਸੋਚਿਆ ਹੋਵੇਗਾ, ਸਮੁੱਚੀ ਮਾਨਵ ਜਾਤੀ ਨੂੰ ਉਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਅਜੋਕੇ ਸੰਸਾਰ ਵਿੱਚ ਹਰੇਕ ਸੱਭਿਅਕ ਸਮਾਜ ਵਿੱਚ ਹਰ ਹਫ਼ਤੇ ਵਿੱਚ ਐਤਵਾਰ ਜਾਂ ਐਤਵਾਰ ਵਰਗਾ ਇੱਕ ਦਿਨ ਜ਼ਰੂਰ ਹੁੰਦਾ ਹੈ ਜਦੋਂ ਸਮਾਜ ਵੱਖਰੀ ਚਾਲ ਨਾਲ ਚੱਲਦਾ ਹੈ। ਇਸ ਦਿਨ ਨੇਮ ਕਾਨੂੰਨ ਅਤੇ ਨਿਤਨੇਮ ਜਾਂ ਟਾਈਮ ਟੇਬਲ ਲਾਗੂ ਨਹੀਂ ਹੁੰਦੇ। 18ਵੀਂ ਸਦੀ ਦੇ ਮੱਧ ਤੱਕ ਸਾਰਾ ਸੰਸਾਰ ਇੱਕੋ ਜਿਹਾ ਸੀ, ਨਾ ਅਮੀਰ ਨਾ ਗਰੀਬ। ਖੇਤੀ ਉੱਤੇ ਨਿਰਭਰ ਗ੍ਰਾਮੀਣ ਸਮਾਜ ਵਿੱਚ ਐਤਵਾਰ ਨੂੰ ਯੂਰਪ ਵਿੱਚ ਕੰਮ ਕਰਨ ਦੀ ਮਨਾਹੀ ਸੀ ਤਾਂ ਜੋ ਇਸ ਦਿਨ ਲੋਕ ਪੂਜਾ ਪਾਠ ਕਰਨ। ਸੰਸਾਰ ਵਿੱਚ ਅਮੀਰ ਗਰੀਬ ਦਾ ਅੰਤਰ ਉਦਯੋਗਿਕ ਕ੍ਰਾਂਤੀ ਨਾਲ ਪਿਆ। ਉਦਯੋਗਿਕ ਕ੍ਰਾਂਤੀ ਪਹਿਲਾਂ ਯੂਰਪ ਵਿੱਚ ਆਈ, ਇਸੇ ਕਰਕੇ ਯੂਰਪ ਜੀਵਨ ਦੇ ਸ਼ਹਿਰੀਕਰਨ ਕਰਕੇ ਪਹਿਲਾਂ ਖੁਸ਼ਹਾਲ ਹੋਇਆ। ਕਾਰਖਾਨੇ ਫੈਕਟਰੀਆਂ ਵਿੱਚ ਕਾਮਿਆਂ ਨੂੰ ਨਿਸ਼ਚਿਤ ਸਮੇਂ, ਨਿਸ਼ਚਿਤ ਘੰਟਿਆਂ ਲਈ ਨਿਸ਼ਚਿਤ ਢੰਗ ਨਾਲ ਨਿਸ਼ਚਿਤ ਕੰਮ ਕਰਨਾ ਪੈਂਦਾ ਸੀ, ਜਿਸ ਨਾਲ ਵਿਹਾਰ, ਕੰਮ, ਸਮਾਂ, ਆਮਦਨ, ਖਰਚ ਆਦਿ ਸਭ ਨੇਮਬੱਧ ਹੋ ਗਿਆ। ਮੁੱਢ ਵਿੱਚ ਐਤਵਾਰ ਦਾ ਦਿਨ ਮਸ਼ੀਨਾਂ ਦੀ ਮੁਰੰਮਤ ਕਰਨ, ਮਜ਼ਦੂਰਾਂ ਦੇ ਨਹਾਉਣ ਧੋਣ, ਗਿਰਜੇ ਜਾਂ ਪਿੰਡ ਜਾਣ ਦਾ ਦਿਨ ਹੋਇਆ ਕਰਦਾ ਸੀ। ਜਦੋਂ ਮਸ਼ੀਨਾਂ ਅਤੇ ਮਜ਼ਦੂਰਾਂ ਦੀ ਕਾਰਜਕਾਰੀ ਸੁਧਰੀ ਤਾਂ ਹੀ ਐਤਵਾਰ ਦੀ ਉਜਰਤ ਸਮੇਤ ਛੁੱਟੀ ਹੋਣ ਦੀ ਪਿਰਤ ਪਈ। ਜਦੋਂ ਮੁਨਾਫਾ ਵਧਿਆ ਤਾਂ ਮਾਲਕਾਂ ਨੇ ਹੋਰ ਤਿਉਹਾਰਾਂ ਦੀਆਂ ਛੁੱਟੀਆਂ ਵੀ ਦੇਣੀਆਂ ਆਰੰਭ ਕੀਤੀਆਂ। ਮੁੱਢ ਵਿੱਚ ਫੈਕਟਰੀਆਂ ਵਿੱਚ ਲਗਭਗ 12 ਘੰਟੇ ਰੋਜ਼ ਕੰਮ ਕਰਨਾ ਪੈਂਦਾ ਸੀ। ਮਜ਼ਦੂਰਾਂ ਨੇ ਮੰਗ ਕੀਤੀ ਕਿ ਕੰਮ ਦੇ ਘੰਟੇ ਭਾਵੇਂ ਇਤਨੇ ਹੀ ਹੋਣ ਪਰ ਉਜਰਤ ਵਧਾਈ ਜਾਵੇ। ਫਿਰ ਉਹਨਾਂ ਨੇ ਮੰਗ ਕੀਤੀ ਕਿ ਉਜਰਤ ਭਾਵੇਂ ਨਾ ਵਧਾਈ ਜਾਵੇ ਪਰ ਕੰਮ ਦੇ ਘੰਟੇ ਘਟਾਏ ਜਾਣ ਅਤੇ ਹੋਰ ਛੁੱਟੀਆਂ ਦਿੱਤੀਆਂ ਜਾਣ। ਇਵੇਂ ਕੰਮ ਦੇ ਘੰਟੇ, ਉਜਰਤ ਅਤੇ ਛੁੱਟੀਆਂ ਆਦਿ ਮਜ਼ਦੂਰ ਸੰਘਾਂ ਦੀਆਂ ਮੁੱਖ ਮੰਗਾਂ ਰਹੀਆਂ ਹਨ। 20ਵੀਂ ਸਦੀ ਵਿੱਚ ਗਰਮੀਆਂ ਸਰਦੀਆਂ ਵਿੱਚ ਕੰਮ ਦੇ ਹਰ ਰੋਜ਼ 9 ਘੰਟੇ ਨਿਸ਼ਚਿਤ ਕੀਤੇ ਗਏ, ਜਿਨ੍ਹਾਂ ਵਿੱਚੋਂ 1 ਘੰਟਾ ਦੁਪਹਿਰ ਦਾ ਖਾਣਾ ਖਾਣ ਅਤੇ ਆਰਾਮ ਕਰਨ ਲਈ ਮਿਲਣ ਲੱਗਿਆ ਅਤੇ 6 ਦਿਨ ਮਗਰੋਂ ਇੱਕ ਛੁੱਟੀ ਦਾ ਰਿਵਾਜ ਪਿਆ। ਸਮੇਂ ਦੇ ਬੀਤਣ ਨਾਲ ਕੁਝ ਵਰਗਾਂ ਨੂੰ ਐਤਵਾਰ ਦੀ ਪੂਰੀ ਛੁੱਟੀ ਨਾਲ ਸ਼ਨਿਚਰਵਾਰ ਦੀ ਅੱਧੀ ਛੁੱਟੀ ਮਿਲਣ ਲੱਗ ਪਈ। ਜਦੋਂ ਮਸ਼ੀਨਾਂ ਦੀ ਕਾਰਜਕਾਰੀ ਹੋਰ ਸੁਧਰੀ ਤਾਂ ਸਾਲ ਦੌਰਾਨ ਉਜਰਤ ਸਮੇਤ ਪਹਿਲਾਂ 1 ਸਪਤਾਹ ਅਤੇ ਮਗਰੋਂ 2 ਸਪਤਾਹ ਦੀ ਛੁੱਟੀ ਮਿਲਣ ਲੱਗ ਪਈ। ਇਹਨਾਂ ਛੁੱਟੀਆਂ ਨਾਲ ਹੋਟਲ ਉਦਯੋਗ ਅਤੇ ਸੈਰ ਸਪਾਟਾ ਵਧਿਆ ਹੈ। ਕੰਮ ਵਾਲੀ ਥਾਂ 'ਤੇ ਪਹੁੰਚਣ ਵਿੱਚ ਵਧੇਰੇ ਸਮਾਂ ਲੱਗਣ ਕਰਕੇ ਕੰਮ ਦੇ ਘੰਟੇ ਹੋਰ ਘਟਾਏ ਗਏ ਹਨ ਅਤੇ ਕਮਾਏ ਪੈਸਿਆਂ ਨੂੰ ਖਰਚਣ ਦਾ ਵਧੇਰੇ ਸਮਾਂ ਦੇਣ ਲਈ ਸ਼ਨਿਚਰਵਾਰ ਦੀ ਛੁੱਟੀ ਕਰਕੇ ਐਤਵਾਰ ਨੂੰ ਲੰਮਾ ਕਰ ਦਿੱਤਾ ਗਿਆ ਹੈ। ਹਫ਼ਤੇ ਦੀ ਉਜਰਤ ਸ਼ੁੱਕਰਵਾਰ ਨੂੰ ਮਿਲਣ ਕਾਰਨ ਸਿਨੇਮਿਆਂ ਵਿੱਚ ਹਰ ਸ਼ੁੱਕਰਵਾਰ ਨਵੀਂ ਫਿਲਮ ਲਾਉਣ ਦਾ ਰਿਵਾਜ ਪਿਆ। ਉਪਰੋਕਤ ਕਾਰਨਾਂ ਕਰਕੇ ਅਰਥਚਾਰਾ ਵਧੇਰੇ ਚੁਸਤ ਹੋ ਗਿਆ ਅਤੇ ਬਾਜ਼ਾਰ ਦਾ ਮਹੱਤਵ ਵੱਧ ਗਿਆ। ਜਦੋਂ ਆਮਦਨਾਂ ਵੱਧਦੀਆਂ ਹਨ ਤਾਂ ਖਾਣ ਹੰਢਾਉਣ ਦੀ ਇੱਛਾ ਵੀ ਵੱਧਦੀ ਹੈ। ਇਵੇਂ ਸ਼ਹਿਰੀ ਜੀਵਨ ਵਿੱਚ ਹਰ ਕਿਸੇ ਲਈ 3 ਥਾਵਾਂ, ਰਹਿਣ ਵਾਲੀ ਥਾਂ, ਕੰਮ ਵਾਲੀ ਥਾਂ ਅਤੇ ਖਰਚਣ ਵਾਲੀ ਥਾਂ ਮਹੱਤਵਪੂਰਨ ਹੋ ਜਾਂਦੀਆਂ ਹਨ। ਇਹ 3 ਥਾਵਾਂ ਅਜੋਕੇ ਮਨੁੱਖ ਦੀ ਸ਼ਖਸੀਅਤ ਅਤੇ ਯੋਗਤਾ ਨੂੰ ਉਸਾਰਨ ਵਾਲੇ ਆਧਾਰ ਬਣ ਗਈਆਂ ਹਨ। ਅਜੋਕੇ ਸੰਸਾਰ ਵਿੱਚ ਮਜ਼ਦੂਰ ਕਰਮਚਾਰੀ ਵਰਗ 1 ਸਾਲ ਵਿੱਚ ਲਗਭਗ 2000 ਘੰਟੇ ਅਤੇ ਵਪਾਰੀ ਵਰਗ 3000 ਘੰਟੇ ਹੀ ਕੰਮ ਕਰਦਾ ਹੈ। ਕਰਮਚਾਰੀ ਵਰਗ ਨੂੰ ਸਾਲ ਦਾ ਲਗਭਗ 1/3 ਭਾਗ ਛੁੱਟੀਆਂ ਹੁੰਦੀਆਂ ਹਨ। ਪਹਿਲਾਂ ਕੇਵਲ ਧਾਰਮਿਕ ਤਿਉਹਾਰਾਂ ਦੀਆਂ ਛੁੱਟੀਆਂ ਹੁੰਦੀਆਂ ਸਨ, ਪਰ ਪ੍ਰਜਾਤੰਤਰ ਨਾਲ ਰਾਜਨੀਤਿਕ ਮਹੱਤਵ ਵਾਲੇ ਦਿਨ ਵੀ ਛੁੱਟੀਆਂ ਬਣ ਗਏ ਹਨ। ਹਰ ਸਮਾਜ ਅਤੇ ਦੇਸ਼ ਵਿੱਚ ਛੁੱਟੀਆਂ ਦੀ ਪ੍ਰਣਾਲੀ ਵੱਖ-ਵੱਖ ਹੈ, ਪਰ ਐਤਵਾਰ ਦੀ ਛੁੱਟੀ ਮੁਸਲਿਮ ਦੇਸ਼ਾਂ ਤੋਂ ਇਲਾਵਾ ਲਗਭਗ ਸਾਰੇ ਸੰਸਾਰ ਵਿੱਚ ਹੁੰਦੀ ਹੈ। ਮੁਸਲਿਮ ਦੇਸ਼ਾਂ ਵਿੱਚ ਐਤਵਾਰ ਦੀ ਥਾਂ ਸ਼ੁੱਕਰਵਾਰ ਛੁੱਟੀ ਹੁੰਦੀ ਹੈ। ਸੰਸਾਰ ਵਿੱਚ ਐਤਵਾਰ ਦੀ ਛੁੱਟੀ ਦਾ ਸੰਕਲਪ ਈਸਾਈ ਧਰਮ ਦੇ ਪ੍ਰਭਾਵ ਅਧੀਨ ਉਪਜਿਆ ਹੈ। ਬਾਈਬਲ ਵਿੱਚ ਦਰਜ ਹੈ ਕਿ ਪਰਮਾਤਮਾ ਨੇ ਇਸ ਸੰਸਾਰ ਨੂੰ 6 ਦਿਨਾਂ ਵਿੱਚ ਸਿਰਜਿਆ ਸੀ ਅਤੇ 7ਵੇਂ ਦਿਨ ਆਰਾਮ ਕੀਤਾ ਸੀ। ਈਸਾਈਆਂ ਲਈ ਇਹ 7ਵਾਂ ਦਿਨ ਐਤਵਾਰ ਹੈ, ਜਦੋਂ ਉਹ ਗਿਰਜੇ ਜਾ ਕੇ ਧਾਰਮਿਕ ਪੂਜਾ ਪਾਠ ਕਰਦੇ ਹਨ। ਮੱਧ ਕਾਲ ਤੱਕ ਐਤਵਾਰ ਵਾਲੇ ਦਿਨ ਈਸਾਈਆਂ ਨੂੰ ਕੰਮ ਕਰਨ ਦੀ ਮਨਾਹੀ ਸੀ। ਈਸਾਈ, ਯਹੂਦੀ ਅਤੇ ਇਸਲਾਮ ਤਿੰਨੇ ਧਰਮ ਇੱਕ ਹੀ ਥਾਂ ਉਪਜੇ ਹਨ, ਸੋ ਇਹਨਾਂ ਦੀਆਂ ਅਨੇਕਾਂ ਮਾਨਤਾਵਾਂ ਅਤੇ ਰੀਤਾਂ ਜਿਵੇਂ ਰੋਜ਼ੇ ਰੱਖਣੇ ਅਤੇ ਮੁਰਦਿਆਂ ਨੂੰ ਦਫਨਾਉਣਾ ਆਦਿ ਸਾਂਝੀਆਂ ਹਨ।
ਇਹ ਤਿੰਨੇ ਧਰਮ ਸਵੀਕਾਰ ਕਰਦੇ ਹਨ ਕਿ ਪਰਮਾਤਮਾ ਨੇ 6 ਦਿਨਾਂ ਵਿੱਚ ਸੰਸਾਰ ਬਣਾਇਆ, ਪਰ ਇਸ ਬਾਰੇ ਮਤਭੇਦ ਹੈ ਕਿ ਪਰਮਾਤਮਾ ਨੇ ਸੰਸਾਰ ਬਣਾਉਣਾ ਕਦੋਂ ਆਰੰਭ ਕੀਤਾ ਅਤੇ ਕਦੋਂ ਆਰਾਮ ਕੀਤਾ। ਇਸਲਾਮ ਅਨੁਸਾਰ 7ਵਾਂ ਦਿਨ ਸ਼ੁੱਕਰਵਾਰ ਹੈ, ਜਦੋਂ ਕਿ ਯਹੂਦੀਆਂ ਲਈ 7ਵਾਂ ਦਿਨ ਸ਼ਨੀਚਰਵਾਰ ਹੈ। ਇਸੇ ਕਾਰਨ ਮੁਸਲਿਮ ਮਸਜਿਦਾਂ ਵਿੱਚ ਸ਼ੁੱਕਰਵਾਰ ਨੂੰ, ਯਹੂਦੀ ਸਾਇਨਾਗਾਗਾਂ ਵਿੱਚ ਸ਼ਨੀਚਰਵਾਰ ਨੂੰ ਅਤੇ ਈਸਾਈ ਚਰਚਾਂ ਵਿੱਚ ਐਤਵਾਰ ਨੂੰ ਜਾਂਦੇ ਹਨ। ਦੋਸਤੋ, ਮੈਂ ਦੱਸ ਦਵਾਂ ਕਿ ਸਾਇਨਾਗਾਗ ਯਹੂਦੀਆਂ ਦੇ ਮੰਦਰ ਨੂੰ ਕਿਹਾ ਜਾਂਦਾ ਹੈ। ਭਾਰਤ ਵਿਚਲੇ ਧਰਮਾਂ ਵਿੱਚ ਹਰੇਕ ਦਿਨ ਦਾ ਮਹੱਤਵ ਅਤੇ ਹਰੇਕ ਦਿਨ ਦਾ ਧਾਰਮਿਕ ਨਿਤਨੇਮ ਹੈ, ਪਰ ਸ਼ਨੀਚਰਵਾਰ ਦਾ ਦਿਨ ਸਖਤ ਅਤੇ ਨਹਿਸ਼ ਸਮਝਿਆ ਜਾਂਦਾ ਹੈ। ਹਿੰਦੂ ਇਸ ਦਿਨ ਦੇ ਮਾੜੇ ਪ੍ਰਭਾਵ ਤੋਂ ਬਚਣ ਵਾਸਤੇ ਪੂਜਾ ਪਾਠ ਕਰਦੇ ਹਨ, ਦਾਨ ਦਿੰਦੇ ਹਨ ਅਤੇ ਵਰਤ ਰੱਖਦੇ ਹਨ। ਭਾਰਤ ਵਿੱਚ ਅੰਗਰੇਜ਼ ਆਪ ਐਤਵਾਰ ਛੁੱਟੀ ਕਰਦੇ ਸਨ, ਸੋ ਹਾਕਮਾਂ ਦੀ ਛੁੱਟੀ ਹੋਣ ਕਾਰਨ ਪ੍ਰਜਾ ਨੇ ਵੀ ਐਤਵਾਰ ਨੂੰ ਛੁੱਟੀ ਦਾ ਦਿਨ ਬਣਾ ਲਿਆ। ਸਾਡੇ ਦੇਸ਼ ਵਿੱਚ ਘੰਟਿਆਂ, ਮਿੰਟਾਂ, ਸਕਿੰਟਾਂ ਦਾ ਸੰਕਲਪ ਵੀ ਅੰਗਰੇਜ਼ਾਂ ਨੇ ਹੀ ਲਾਗੂ ਕੀਤਾ ਸੀ। ਸਾਡੇ ਦੇਸ਼ ਵਿੱਚ ਘੰਟੇ ਨਹੀਂ, ਪਹਿਰ ਹੁੰਦੇ ਸਨ। ਸ਼ਾਇਦ ਇਸੇ ਕਰਕੇ ਸਾਡੇ ਦੇਸ਼ ਵਿੱਚ ਸਮੇਂ ਦੀ ਉਹ ਪਾਬੰਦੀ ਨਹੀਂ ਜਿਹੋ ਜਿਹੀ ਯੂਰਪ ਵਿੱਚ ਹੈ। ਪਹਿਰ ਕਿਉਂਕਿ 3 ਘੰਟੇ ਦਾ ਹੁੰਦਾ ਹੈ, ਸੋ ਕੋਈ ਵਿਅਕਤੀ 1-2 ਘੰਟੇ ਦੇਰ ਨਾਲ ਆਉਣ ਦੇ ਬਾਵਜੂਦ ਉਸੇ ਪਹਿਰ ਵਿੱਚ ਪਹੁੰਚਣ ਕਰਕੇ ਦੇਰ ਨਾਲ ਆਇਆ ਨਹੀਂ ਸਮਝਿਆ ਜਾਂਦਾ। ਅਸੀਂ ਘੰਟਿਆਂ ਮਿੰਟਾਂ ਦੇ ਪਾਬੰਦ ਨਹੀਂ, ਅਸੀਂ ਪਹਿਰਾਂ ਦੇ ਪਾਬੰਦ ਹਾਂ। ਅਜੋਕੇ ਸੰਸਾਰ ਵਿੱਚ ਕੰਮ ਵਾਲੀ ਥਾਂ ਤੇ ਸਭ ਤੋਂ ਘੱਟ ਸਮਾਂ ਫਰਾਂਸੀਸੀ ਗੁਜ਼ਾਰਦੇ ਹਨ, ਸੋ ਕੰਮ ਦਾ ਸਭ ਤੋਂ ਛੋਟਾ ਸਪਤਾਹ ਫਰਾਂਸ ਵਿੱਚ ਹੈ, ਜਿੱਥੇ ਕੰਮ ਵਾਂਗ ਹੀ ਆਰਾਮ ਅਤੇ ਮੌਜ ਮੇਲੇ ਨੂੰ ਬਰਾਬਰ ਦਾ ਮਹੱਤਵ ਪ੍ਰਾਪਤ ਹੈ। ਫਰਾਂਸ ਸੰਸਾਰ ਦਾ ਇੱਕੋ ਇੱਕ ਦੇਸ਼ ਹੈ ਜਿੱਥੇ ਹਰ ਵਰ੍ਹੇ ਬਾਹਰੋਂ ਆਉਣ ਵਾਲੇ ਸੈਲਾਨੀਆਂ ਜਾਂ ਯਾਤਰੀਆਂ ਦੀ ਗਿਣਤੀ ਸਮੁੱਚੇ ਦੇਸ਼ ਦੀ ਆਬਾਦੀ ਨਾਲੋਂ ਵੱਧ ਹੁੰਦੀ ਹੈ। ਮੌਲਿਕ ਵਿਚਾਰਾਂ ਦੇ ਪੱਖੋਂ ਅਤੇ ਨਵੀਆਂ ਤਕਨੀਕਾਂ, ਨਵੀਆਂ ਕਲਾਵਾਂ ਆਦਿ ਦੇ ਪੱਖੋਂ ਫਰਾਂਸ ਸੰਸਾਰ ਵਿੱਚ ਮੋਹਰੀ ਹੈ। ਫਰਾਂਸ ਵਿੱਚ 5 ਦਿਨ ਹਰ ਰੋਜ਼ ਲਗਭਗ 6 ਘੰਟੇ ਕੰਮ ਕੀਤਾ ਜਾਂਦਾ ਹੈ। ਜੇ ਸੰਸਾਰ ਦੇ ਸਾਰੇ ਲੋਕ ਕੰਮ ਕਰਨ ਤਾਂ ਲਗਭਗ 2 ਘੰਟੇ ਕੰਮ ਕਰਨ ਨਾਲ ਹੀ ਸਾਰੇ ਕੰਮ ਹੋ ਸਕਦੇ ਹਨ, ਪਰ ਸਮਾਜ ਦੀ ਲਗਭਗ 1/3 ਅਤੇ ਕਈ ਵਾਰੀ 1/4 ਆਬਾਦੀ ਹੀ ਆਰਥਿਕ ਪੱਖੋਂ ਕਾਰਜਸ਼ੀਲ ਹੁੰਦੀ ਹੈ। ਹਰ ਸਮਾਜ ਦੀ ਲਗਭਗ 1/3 ਆਬਾਦੀ ਸੇਵਾ ਮੁਕਤ ਹੋ ਚੁੱਕੀ ਹੁੰਦੀ ਹੈ ਅਤੇ 1/3 ਵਸੋਂ ਕੰਮ ਕਰਨ ਲਈ ਤਿਆਰੀ ਕਰ ਰਹੀ ਜਾਂ ਸਿਖਲਾਈ ਲੈ ਰਹੀ ਹੁੰਦੀ ਹੈ। ਇਵੇਂ ਸਮਾਜ ਦਾ ਸਮੁੱਚਾ ਅਰਥਚਾਰਾ 1/3 ਕਾਰਜਸ਼ੀਲ ਵਸੋਂ ਉੱਤੇ ਉਸਰਿਆ ਹੁੰਦਾ। ਐਤਵਾਰ ਅਤੇ ਹੋਰ ਛੁੱਟੀਆਂ ਦੀ ਲੋੜ ਇਸੇ ਵਰਗ ਨੂੰ ਹੁੰਦੀ ਹੈ। ਇਸੇ ਵਰਗ ਲਈ ਐਤਵਾਰ ਦਾ ਆਰਾਮ ਜ਼ਰੂਰੀ ਹੁੰਦਾ ਹੈ। ਆਰਾਮ ਦੀ ਲੋੜ ਇਸ ਲਈ ਪੈਂਦੀ ਹੈ ਤਾਂ ਜੋ ਮਨੁੱਖ ਕਾਰਜਸ਼ੀਲ ਬਣਿਆ ਰਹੇ। ਆਰਾਮ ਤੋਂ ਬਿਨਾਂ ਨਿਰੰਤਰ ਕੰਮ ਕਰਨ ਨਾਲ ਸਰੀਰਕ, ਭਾਵਿਕ, ਬੌਧਿਕ ਅਤੇ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ। ਕਾਰਜਕਾਰੀ ਦੀ ਪੱਧਰ ਨੀਵੀਂ ਹੋ ਜਾਂਦੀ ਹੈ, ਗਲਤੀਆਂ ਵੱਧ ਜਾਂਦੀਆਂ ਹਨ ਅਤੇ ਝਗੜੇ ਅਤੇ ਹਾਦਸੇ ਵਧੇਰੇ ਨੁਕਸਾਨਦੇਹ ਹੋ ਜਾਂਦੇ ਹਨ। ਆਰਾਮ ਦੀ ਆਸ ਨਾਲ ਹੀ ਮਿਹਨਤ ਕੀਤੀ ਜਾਂਦੀ ਹੈ। ਆਰਾਮ ਨਾਲ ਸਾਡਾ ਸਰੀਰ ਅਤੇ ਦਿਮਾਗ ਦੋਵੇਂ ਸੱਜਰੇ ਅਤੇ ਤੰਦਰੁਸਤ ਹੋ ਜਾਂਦੇ ਹਨ। ਜਿਨ੍ਹਾਂ ਸਮਾਜਾਂ ਵਿੱਚ ਆਰਾਮ ਦੀ ਘਾਟ ਹੁੰਦੀ ਹੈ, ਉੱਥੇ ਲੋਕ ਪਰੰਪਰਾਵਾਦੀ ਜਾਂ ਕੱਟੜ ਜਾਂ ਹਿੰਸਕ ਹੋ ਜਾਂਦੇ ਹਨ। ਇਸਲਾਮ ਵਿੱਚ ਹਰ ਰੋਜ਼ 5 ਵਾਰੀ ਨਮਾਜ਼ ਪੜ੍ਹਨ ਦੀ ਰੀਤ ਹੈ ਅਤੇ ਇਵੇਂ ਧਾਰਮਿਕ ਨਿਤਨੇਮ ਵਿੱਚ ਹੀ ਸਾਰਾ ਸਮਾਂ ਲੰਘ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸਲਾਮ ਵਿੱਚ ਬੀਤੀਆਂ ਸਦੀਆਂ ਦੌਰਾਨ ਕਿਸੇ ਵੀ ਖੇਤਰ ਵਿੱਚ ਕੁਝ ਵੀ ਮੌਲਿਕ ਨਹੀਂ ਵਾਪਰਿਆ। ਬਹੁ ਪਤਨੀ ਪ੍ਰਥਾ ਕਾਰਨ ਪਰਿਵਾਰ ਵੱਡੇ ਹੋਣ ਕਾਰਨ ਨਾ ਘਰਾਂ ਵਿੱਚ ਆਰਾਮ ਹੈ, ਨਾ ਕੰਮ ਵਾਲੀ ਥਾਂ ਤੇ। ਇਹੀ ਕਾਰਨ ਹੈ ਕਿ ਮੁਸਲਮਾਨਾਂ ਦੀ ਆਬਾਦੀ ਵਾਲੇ ਮੁਹੱਲੇ ਤੰਗ, ਸ਼ਹਿਰ ਗੰਦੇ ਅਤੇ ਵਾਤਾਵਰਣ ਤਣਾਅ ਵਾਲੇ ਹੁੰਦੇ ਹਨ। ਇਹਨਾਂ ਕਾਰਨਾਂ ਕਰਕੇ ਮੁਸਲਿਮ ਸਮਾਜ ਪਰਿਵਰਤਨ ਵਿਰੋਧੀ ਤਾਂ ਹੋਣਾ ਹੀ ਸੀ, ਇਹ ਕੱਟੜਵਾਦੀ ਵੀ ਹੋ ਗਿਆ। ਭਾਰਤ ਵਿੱਚ ਹਿੰਦੂ ਸਮਾਜ ਵੀ ਵਰਤਾਂ, ਜਗਰਾਤਿਆਂ ਅਤੇ ਕਰਮਕਾਂਡਾਂ ਦੀ ਬਹੁਤਾਤ ਕਾਰਨ ਥਕਾਵਟ ਦਾ ਸ਼ਿਕਾਰ ਹੈ ਅਤੇ ਅੰਧ ਵਿਸ਼ਵਾਸਾਂ ਦੇ ਬੋਝ ਕਾਰਨ ਹੀ ਹਿੰਦੂ ਸਮਾਜ ਵਿੱਚ ਕੋਈ ਸੁਧਾਰ, ਵਿਕਾਸ ਨਹੀਂ ਵਾਪਰ ਰਿਹਾ। ਸਥਿਤੀ ਤਾਂ ਸਿੱਖ ਸਮਾਜ ਵਿੱਚ ਵੀ ਉਤਸ਼ਾਹਜਨਕ ਨਹੀਂ ਹੈ, ਕਿਉਂਕਿ ਸਿੱਖ ਸਮਾਜ ਵਿੱਚ ਐਤਵਾਰ ਸਭ ਤੋਂ ਵੱਧ ਥਕਾਵਟ ਵਾਲਾ ਦਿਨ ਬਣ ਗਿਆ ਹੈ। ਅਣਸੁਖਾਵੇਂ ਸਮੇਂ ਦੇ ਕੀਤੇ ਜਾਣ ਵਾਲੇ ਸ਼ਰਧਾਂਜਲੀਆਂ ਵਾਲੇ ਥਕਾਊ ਸਮਾਗਮ ਜਿਉਣ ਦਾ ਉਤਸ਼ਾਹ ਹੀ ਮਾਰ ਦਿੰਦੇ ਹਨ। ਸ਼ਹਿਰਾਂ ਵਿੱਚ ਵਧੇਰੇ ਕਰਕੇ ਦੁਕਾਨਦਾਰ ਜਾਂ ਕਰਮਚਾਰੀ ਰਹਿੰਦੇ ਹਨ, ਜਿਨ੍ਹਾਂ ਦਾ ਸਾਰਾ ਜੀਵਨ ਨਿੱਕੇ ਜਿਹੇ ਘੇਰੇ ਵਿੱਚ ਹੀ ਬੀਤ ਜਾਂਦਾ ਹੈ। ਇਸੇ ਕਰਕੇ ਇਹ ਵਰਗ ਸਭ ਤੋਂ ਵੱਧ ਪਰੰਪਰਾਵਾਦੀ ਹੁੰਦਾ ਹੈ। ਦੁਕਾਨਦਾਰ ਤਾਂ ਐਤਵਾਰ ਨੂੰ ਅੱਧੇ ਮਰੇ ਹੋਏ ਨਜ਼ਰ ਆਉਂਦੇ ਹਨ ਅਤੇ ਕਰਮਚਾਰੀ ਬਿਮਾਰ ਵਿਖਾਈ ਦਿੰਦੇ ਹਨ। ਭਾਰਤੀ ਸਮਾਗਮਾਂ ਦਾ ਇੱਕ ਵਿਸ਼ੇਸ਼ ਲੱਛਣ ਇਹ ਹੈ ਕਿ ਇਹ ਨਾ ਸਮੇਂ ਸਿਰ ਆਰੰਭ ਹੁੰਦੇ ਹਨ, ਨਾ ਸਮੇਂ ਸਿਰ ਮੁੱਕਦੇ ਹਨ। ਇਹੀ ਕਾਰਨ ਹੈ ਕਿ ਇਹਨਾਂ ਵਿੱਚ ਜਾਣਾ ਕੋਈ ਨਹੀਂ ਚਾਹੁੰਦਾ, ਪਰ ਜਾਣਾ ਪੈਂਦਾ ਹੈ। ਇਹ ਸਮਾਗਮ ਆਰਾਮ ਦੀ ਇੱਛਾ ਉੱਤੇ ਸਿੱਧਾ ਧਾਵਾ ਬੋਲਦੇ ਹਨ।
ਅਤੇ ਇਵੇਂ ਐਤਵਾਰ ਪੂਰਨ ਭਾਂਤ ਜ਼ਖਮੀ ਹੋ ਜਾਂਦਾ ਹੈ। ਇਹਨਾਂ ਕਾਰਨਾਂ ਕਰਕੇ ਸਾਰਾ ਭਾਰਤ ਥੱਕਿਆ ਵਿਖਾਈ ਦਿੰਦਾ ਹੈ। ਜਿਸ ਪਰਿਵਾਰ, ਸਮਾਜ ਜਾਂ ਦੇਸ਼ ਵਿੱਚ ਆਰਾਮ ਦਾ ਕੋਈ ਨਿਸ਼ਚਿਤ ਦਿਨ ਜਾਂ ਨਿਸ਼ਚਿਤ ਢੰਗ ਤਰੀਕਾ ਨਹੀਂ ਹੁੰਦਾ, ਉੱਥੇ ਕੰਮਕਾਜ ਦੀ ਪੱਧਰ ਵੀ ਨੀਵੀਂ ਹੁੰਦੀ ਹੈ। ਜੇ ਕੰਮ ਵੇਲੇ ਕੰਮ ਕੀਤਾ ਜਾਵੇ ਅਤੇ ਆਰਾਮ ਵੇਲੇ ਆਰਾਮ, ਤਾਂ ਸਾਡੀ ਕਾਰਜਕਾਰੀ ਸੁਧਰੇਗੀ। ਪਰ ਜੇ ਦੁਕਾਨ ਜਾਂ ਕੰਮ ਵਾਲੀ ਥਾਂ 'ਤੇ ਟੈਲੀਵਿਜ਼ਨ ਵੇਖਦਿਆਂ ਕੰਮ ਅਤੇ ਮਨੋਰੰਜਨ ਨੂੰ ਰਲ-ਗੱਡ ਕੀਤਾ ਜਾਵੇ, ਤਾਂ ਉੱਥੇ ਕਾਰਜਕਾਰੀ ਨੇ ਨਿੱਘਰਨਾ ਹੀ ਹੁੰਦਾ ਹੈ। ਅਜੇ ਤੱਕ ਅਸੀਂ ਵਿਦੇਸ਼ਾਂ ਵਿੱਚ ਓਵਰਟਾਈਮ ਲਾ ਕੇ ਪੈਸੇ ਕਮਾਉਣ ਅਤੇ ਵਿਦੇਸ਼ੀ ਵਸਤਾਂ ਖਰੀਦਣ ਹੀ ਜਾਂਦੇ ਹਾਂ, ਪਰ ਜਦੋਂ ਅਸੀਂ ਆਪ ਅਮੀਰ ਅਤੇ ਖੁਸ਼ਹਾਲ ਹੋ ਜਾਵਾਂਗੇ ਤਾਂ ਅਸੀਂ ਕੇਵਲ ਘੁੰਮਣ ਲਈ ਉਵੇਂ ਹੀ ਜਾਇਆ ਕਰਾਂਗੇ ਜਿਵੇਂ ਵਿਦੇਸ਼ੀ ਭਾਰਤ ਵਿੱਚ ਘੁੰਮਣ ਆਉਂਦੇ ਹਨ। ਐਤਵਾਰ ਦੇ ਅਰਥ ਖਾਣ ਪੀਣ ਅਤੇ ਸੁੱਤੇ ਰਹਿਣ ਤੋਂ ਨਹੀਂ ਹਨ। ਭਾਵੇਂ ਐਤਵਾਰ ਨੂੰ ਇਹ ਦੋਵੇਂ ਕਾਰਜ ਮਹੱਤਵਪੂਰਨ ਹੁੰਦੇ ਹਨ, ਪਰ ਵਧੇਰੇ ਮਹੱਤਵਪੂਰਨ ਕੰਮ ਇਸ ਦਿਨ ਨੂੰ ਮਜਬੂਰੀ ਅਧੀਨ ਨਹੀਂ, ਆਪਣੀ ਮਰਜ਼ੀ ਨਾਲ ਗੁਜ਼ਾਰਨਾ ਅਤੇ ਸੁਤੰਤਰ ਅਨੁਭਵ ਕਰਨਾ ਹੁੰਦਾ ਹੈ। ਸੁਤੰਤਰਤਾ ਵਿੱਚੋਂ ਨਵੇਂ ਵਿਚਾਰ ਉਪਜਦੇ ਹਨ ਅਤੇ ਵਿਕਾਸ ਦੀ ਰੂਪ ਰੇਖਾ ਸਪਸ਼ਟ ਹੁੰਦੀ ਹੈ। ਪਰ ਕਈ ਇਸ ਦਿਨ ਘਰ ਵਿੱਚ ਧੋਬੀ ਘਾਟ ਖੋਲ੍ਹ ਲੈਂਦੇ ਹਨ ਜਾਂ ਸਫਾਈ ਅਧੀਨ ਸਭ ਕੁਝ ਉਲਟਾ ਪੁਲਟਾ ਕਰ ਦਿੰਦੇ ਹਨ, ਜਿਸ ਕਾਰਨ ਐਤਵਾਰ ਉਤਸ਼ਾਹੀ ਹੋਣ ਦੀ ਥਾਂ ਥਕਾਵਟੀ ਦਿਹਾੜਾ ਬਣ ਜਾਂਦਾ ਹੈ। ਕੀ ਲੋੜੀਂਦਾ ਆਰਾਮ ਕਰ ਲਿਆ ਗਿਆ ਹੈ ਕਿ ਨਹੀਂ, ਇਸ ਦਾ ਪ੍ਰਮਾਣ ਇਹ ਹੁੰਦਾ ਹੈ ਕਿ ਸੋਮਵਾਰ ਨੂੰ ਕੰਮ ਕਰਨ ਦਾ ਚਾਉ ਉਪਜਦਾ ਹੈ ਕਿ ਨਹੀਂ। ਸਾਡੇ ਸਮੁੱਚੇ ਵਿਹਾਰ ਵਿੱਚ ਥਕਾਵਟ ਦਾ ਮੁੱਖ ਕਾਰਨ ਜੀਵਨ ਦਾ ਬੇਨਿਯਮਾ ਹੋਣਾ ਹੈ। ਸਾਡੇ ਜੀਵਨ ਵਿੱਚ ਕਿਸੇ ਵੀ ਕਾਰਜ ਲਈ ਸਮਾਂ ਨਿਸ਼ਚਿਤ ਨਹੀਂ, ਨਾ ਕੰਮ ਦਾ, ਨਾ ਭੋਜਨ ਦਾ, ਨਾ ਆਰਾਮ ਦਾ, ਨਾ ਕਮਾਉਣ ਖਰਚਣ ਅਤੇ ਨਾ ਹੀ ਵਰਤਾਉਣ ਦਾ। ਜੀਵਨ ਨੂੰ ਨੇਮਬੱਧ ਕਰਨ ਪਿੱਛੇ ਉਦੇਸ਼ ਆਰਾਮ ਨੂੰ ਨੇਮਬੱਧ ਕਰਨਾ ਅਤੇ ਆਪਣੀ ਕਾਰਜਕਾਰੀ ਨੂੰ ਸੁਧਾਰਨਾ ਹੁੰਦਾ ਹੈ। ਆਰਾਮ ਨਾਲ ਉਪਜੀ ਨਰੋਈ ਸੋਚ ਨਾਲ ਹੀ ਅਸੀਂ ਸਮਾਜ ਬਾਰੇ ਸੋਚ ਸਕਾਂਗੇ, ਨਹੀਂ ਤਾਂ ਘਰ ਤਾਂ ਸਾਰੇ ਚੰਗੇ ਪਾ ਲੈਣਗੇ, ਪਰ ਗਲੀ ਮੁਹੱਲੇ ਨੂੰ ਅਤੇ ਆਪਣੇ ਆਪ ਨੂੰ ਸੁਧਾਰਨ ਅਤੇ ਸਵਾਰਨ ਬਾਰੇ ਕੋਈ ਨਹੀਂ ਸੋਚੇਗਾ। ਖੁਸ਼ਹਾਲ ਦੇਸ਼ਾਂ ਵਿੱਚ ਐਤਵਾਰ ਰਲ ਕੇ ਭੋਜਨ ਖਾਣ, ਖੇਡਾਂ ਖੇਡਣ ਅਤੇ ਮਨ ਪਰਚਾਵੇ ਵਾਲੀਆਂ ਖੁੱਲ੍ਹੀਆਂ ਥਾਵਾਂ 'ਤੇ ਜਾਣ ਲਈ ਵਰਤਿਆ ਜਾਂਦਾ ਹੈ। ਉੱਥੇ ਜੇ ਕੋਈ ਤਿਉਹਾਰ ਬੁੱਧ ਜਾਂ ਵੀਰਵਾਰ ਵਾਲੇ ਦਿਨ ਆਉਂਦਾ ਹੈ ਤਾਂ ਸਾਰੇ ਦੇਸ਼ ਦੀ ਸਹਿਮਤੀ ਨਾਲ ਉਸ ਨੂੰ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ, ਤਾਂ ਜੋ ਸ਼ੁੱਕਰ, ਸ਼ਨੀਚਰ ਅਤੇ ਐਤਵਾਰ ਦੀ ਲੰਮੀ ਛੁੱਟੀ ਮਾਣੀ ਜਾ ਸਕੇ। ਜਦੋਂ ਸਾਡੀ ਸੋਚ ਤਰਕਸੰਗਤ ਹੋ ਜਾਵੇਗੀ ਤਾਂ ਅਸੀਂ ਵੀ ਆਪਣੇ ਤਿਉਹਾਰਾਂ ਨੂੰ ਨਵੇਂ ਢੰਗ ਨਾਲ ਵਿਉਂਤਬੱਧ ਕਰ ਲਵਾਂਗੇ। ਉਦਾਹਰਣ ਵਜੋਂ ਲੋਹੜੀ ਜਨਵਰੀ ਦੇ ਦੂਜੇ ਸ਼ੁੱਕਰਵਾਰ, ਹੋਲੀ ਮਾਰਚ ਦੇ ਤੀਜੇ ਸੋਮਵਾਰ, ਦੀਵਾਲੀ ਨਵੰਬਰ ਦੇ ਦੂਜੇ ਸ਼ਨੀਚਰਵਾਰ ਕਰਨ ਨਾਲ ਲੋਕ ਇਹ ਤਿਉਹਾਰ ਪਰਿਵਾਰਾਂ ਨਾਲ ਰਲ ਕੇ ਮਨਾ ਸਕਿਆ ਕਰਨਗੇ। ਜਿਵੇਂ ਪੱਛਮ ਵਿੱਚ ਵਰ੍ਹੇ ਦੇ ਅੰਤਲੇ ਹਫ਼ਤੇ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਹੁੰਦੀਆਂ ਹਨ, ਉਵੇਂ ਹੀ ਭਾਰਤ ਵਿੱਚ ਹਫ਼ਤੇ ਦੇ ਵਿਚਲੇ ਦਿਨਾਂ ਨੂੰ ਆਉਣ ਵਾਲੇ ਤਿਉਹਾਰ ਸੰਬੰਧਿਤ ਹਫ਼ਤੇ ਦੇ ਸ਼ਨੀਚਰਵਾਰ ਨੂੰ ਮਨਾ ਕੇ ਦੀਵਾਲੀ ਦੇ ਅਵਸਰ 'ਤੇ ਦੇਸ਼ ਭਰ ਵਿੱਚ ਇੱਕ ਸਪਤਾਹ ਦੀਆਂ ਛੁੱਟੀਆਂ ਕੀਤੀਆਂ ਜਾ ਸਕਦੀਆਂ ਹਨ। ਪਰ ਇਹ ਤਾਂ ਹੀ ਹੋਵੇਗਾ ਜੇ ਅਸੀਂ ਤਰਕਸੰਗਤ ਢੰਗ ਨਾਲ ਸੋਚਾਂਗੇ। ਪ੍ਰਸ਼ਨ ਇਹ ਹੈ ਕਿ ਅਸੀਂ ਸੋਚਣਾ ਅਤੇ ਤਰਕਸੰਗਤ ਢੰਗ ਨਾਲ ਸੋਚਣਾ ਕਦੋਂ ਆਰੰਭ ਕਰਾਂਗੇ। ਨਿਰਸੰਦੇਹ ਕੰਮ ਇਤਨਾ ਹੁੰਦਾ ਹੈ ਕਿ ਕਈ ਵਾਰੀ ਹਫ਼ਤੇ ਵਿੱਚ 8 ਦਿਨਾਂ ਦੀ ਲੋੜ ਪੈਂਦੀ ਹੈ, ਪਰ ਜੇ ਹਫ਼ਤੇ ਵਿੱਚ 7 ਵਾਰ ਅਤੇ 8 ਤਿਉਹਾਰ ਹੋਣਗੇ ਤਾਂ ਕੰਮ ਕਦੇ ਵੀ ਨਹੀਂ ਮੁੱਕੇਗਾ। ਸਮਝਣਾ ਜ਼ਰੂਰੀ ਹੈ ਕਿ ਹਫ਼ਤੇ ਵਿੱਚ ਸਾਡੇ ਕੋਲ ਕੰਮ ਦੇ 6 ਦਿਨ ਹਨ। ਜੋ ਕਰਨਾ ਹੈ ਇਹਨਾਂ 6 ਦਿਨਾਂ ਵਿੱਚ ਕੀਤੇ ਜਾਣਾ ਚਾਹੀਦਾ ਹੈ, ਤਾਂ ਜੋ ਐਤਵਾਰ ਨੂੰ ਆਪਣੀ ਰਫ਼ਤਾਰ ਨਾਲ ਮਨਮਰਜ਼ੀ ਅਨੁਸਾਰ ਜੀਵਿਆ ਜਾ ਸਕੇ। ਐਤਵਾਰ ਜਿਉਣ ਅਤੇ ਜੀਵਨ ਮਾਣਨ ਦਾ ਦਿਨ ਹੁੰਦਾ ਹੈ। ਇਸ ਦਿਨ ਮੁਕਤੀ ਬਾਰੇ ਸੋਚਣਾ ਪਾਪ ਹੈ। ਐਤਵਾਰ ਨੂੰ ਆਰਾਮ ਕਰਨ ਵਾਲੇ ਲੋਕ ਭਵਿੱਖ ਬਾਰੇ ਸੋਚਦੇ ਹਨ। ਜਿਨ੍ਹਾਂ ਨੂੰ ਵਰਤਮਾਨ ਦੀ ਚਿੰਤਾ ਹੁੰਦੀ ਹੈ, ਉਹ ਐਤਵਾਰ ਨੂੰ ਕੰਮ ਦੀ ਅਣਲੱਥੀ ਥਕਾਵਟ ਕਾਰਨ ਚਿੰਤਾ ਹੀ ਕਰਦੇ ਹਨ। ਉਦਾਸ ਮਨ ਲੰਘ ਗਏ ਜਾਂ ਬੀਤ ਗਏ ਸਮੇਂ ਬਾਰੇ ਝੂਰਦੇ ਰਹਿੰਦੇ ਹਨ। ਉਂਝ ਤਾਂ ਭਾਰਤ ਛੁੱਟੀ ਪ੍ਰਧਾਨ ਦੇਸ਼ ਹੈ, ਪਰ ਥਕਾਵਟ ਕਾਰਨ ਅਤੇ ਕਿਸੇ ਵੀ ਪੱਖੋਂ ਜੀਵਨ ਦੇ ਨੇਮਬੱਧ ਨਾ ਹੋਣ ਕਾਰਨ ਸਾਰਾ ਭਾਰਤ ਥਕਾਵਟ ਦਾ ਮਰੀਜ਼ ਵਿਖਾਈ ਦਿੰਦਾ ਹੈ। ਹਰ ਵੇਲੇ ਕੰਮ ਵਿੱਚ ਰੁੱਝੇ ਵਿਅਕਤੀ ਵਿਚਾਰਾਂ ਦੇ ਪੱਖੋਂ ਬੜੇ ਖੁੰਡੇ ਹੁੰਦੇ ਹਨ। ਆਰਾਮ ਤੋਂ ਬਿਨਾਂ ਡੰਗ ਤਾਂ ਟਪਾਇਆ ਜਾ ਸਕਦਾ ਹੈ, ਪਰ ਕੁਝ ਮੌਲਿਕ ਅਤੇ ਚੰਗੀ ਪੱਧਰ ਦਾ ਕੰਮ ਨਹੀਂ ਕੀਤਾ ਜਾ ਸਕਦਾ। ਐਤਵਾਰ ਨੂੰ ਸਭ ਬੰਦੇਜਾਂ ਤੋਂ ਮੁਕਤ ਕਰਕੇ ਇਸ ਨੂੰ ਚਾਵਾਂ ਵਾਲਾ ਦਿਨ ਬਣਾ ਕੇ ਸੋਚ ਨਾਲ ਆਪਣੀ ਕਾਰਜਕੁਸ਼ਲਤਾ ਸਵਾਰ ਕੇ ਉਤਸ਼ਾਹੀ ਮਨ ਨਾਲ ਅਸੀਂ ਵੀ ਯੂਰਪ ਵਾਂਗ ਖੁਸ਼ਹਾਲੀ ਦੇ ਰਾਹ ਪੈ ਸਕਦੇ ਹਾਂ। ਸਾਡਾ ਐਤਵਾਰ ਦੱਸੇਗਾ ਕਿ ਸਾਡਾ ਅਗਲਾ ਹਫ਼ਤਾ ਕਿਹੋ ਜਿਹਾ ਹੋਵੇਗਾ। ਸਾਡੇ ਹਫ਼ਤੇ ਦੱਸਣਗੇ ਕਿ ਸਾਡਾ ਜੀਵਨ ਅਤੇ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਸੋ ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਲੇਖ ਨਾਲ।
ਧੰਨਵਾਦ।